ਸਤਿ ਸ਼੍ਰੀ ਅਕਾਲ। ਕਿਵੇਂ ਠੀਕ ਹੋ ਤੁਸੀਂ ਸਾਰੇ? ਅੱਜ ਮੈਂ ਤੁਹਾਡੇ ਨਾਲ ਜਿਹੜੀ ਗੱਲ ਕਰਨੀ ਹੈ ਨਾ, ਮੈਨੂੰ ਲੱਗਦਾ ਕਿ ਤੁਸੀਂ ਇਹਦੇ ਬਾਰੇ ਨਾਰਮਲ ਜਿਹੀ ਚੀਜ਼ਾਂ ਤੁਹਾਨੂੰ ਫਾਈਂਡ ਆਊਟ ਹੋ ਪਾਉਂਦੀਆਂ, ਬਟ ਇਹ ਪ੍ਰੋਬਲਮ ਸਾਰਿਆਂ ਨੂੰ ਹੈ ਨਾ। ਮੈਂ ਤੁਹਾਡੇ ਨਾਲ ਅੱਜ ਮੇਨ ਸੈਕਸ ਦੇ ਇਸ਼ੂ ਬਾਰੇ ਗੱਲ ਕਰਨੀ ਹੈਗੀ ਹੈ, ਜਿਹੜਾ ਇੰਨਾ ਜ਼ਿਆਦਾ ਇੰਪੋਰਟੈਂਟ ਹੈ। ਮੈਨੂੰ ਨਹੀਂ ਪਤਾ ਕਿ ਲੋਕ ਇਹਦੇ ਬਾਰੇ ਖੁੱਲ੍ਹ ਕੇ ਗੱਲ ਕਿਉਂ ਨਹੀਂ ਕਰਦੇ, ਔਰ ਦੈਟ ਇਜ਼ ਦਾ ਰੀਜ਼ਨ ਕਿ ਅੱਜ ਕੱਲ੍ਹ ਡਿਵੋਰਸ ਦੇ ਚਾਂਸਿਸ ਇੰਨੇ ਵੱਧ ਗਏ ਆ। ਔਰ ਆਹ ਦੇਖੋ, ਆ ਕੁੜੀਆਂ ਸ਼ਰੇਆਮ ਕਹਿ ਰਹੀਆਂ। think girls तब cheat करती हैं when the boy is not physically compatible and not good in bed. सिर्फ यही एक रीजन This is one of the major reasons जो मैंने अपनी friends में देखा है. ਕਿ ਅਸੀਂ ਆਪਣੇ ਪਾਰਟਨਰ ਨੂੰ ਉਦੋਂ ਛੱਡ ਦਿੰਦੇ ਹਾਂ ਜਦੋਂ ਸਾਨੂੰ ਸੈਕਸ਼ੁਅਲੀ ਸੈਟੀਸਫਾਈ ਨਹੀਂ ਕਰ ਪਾਉਂਦਾ। ਦੈਟ ਇਜ਼ ਦ ਨੀਡ ਆਫ ਆਵਰ ਬੋਡੀ, ਹੈ ਨਾ। ਇਹਦੇ 'ਚ ਕੋਈ ਕ੍ਰਾਈਮ ਨਹੀਂ ਹੈਗਾ। ਅਗਰ ਤੁਸੀਂ ਆਪਣੇ ਪਾਰਟਨਰ ਨੂੰ ਸੈਟੀਸਫਾਈ ਨਹੀਂ ਕਰ ਪਾਉਂਦੇ, ਤੁਸੀਂ ਲਿਵਿੰਗ 'ਚ ਰਹਿ ਰਹੇ ਹੋ ਆਫਟਰ ਮੈਰਿਜ ਹੈ, ਤਾਂ ਡੈਫੀਨੇਟਲੀ ਉੱਥੇ ਡਿਵੋਰਸ ਹੋਊਗਾ, ਕਿਉਂਕਿ ਕੁਆਲਿਟੀ ਨਾਈਟ ਬਹੁਤ ਮੈਟਰ ਕਰਦੀ। ਤੁਸੀਂ ਜਿੰਨਾ ਮਰਜ਼ੀ ਲੜ ਲਓ। ਆਹ ਹੁਣ ਕੁੜੀ ਦੀ ਦਾਦੀ ਕਹਿ ਰਹੀ ਹੈਗੀ ਆ, 36 के 36 गुण मिले ना मिले, अगर सेक्स अच्छा होगा तो ये दोनों एक दूसरे को कभी नहीं छोड़ेंगे। ਓਨੈਸਟਲੀ ਮੈਂ ਕਨਫਿਊਜ਼ ਹੋ ਜਾਂਦਾ ਦੇਖ ਕੇ ਕਿ ਲੋਕ ਇੰਨਾ ਸੰਗਦੇ, ਇੰਨਾ ਸ਼ਰਮਾਉਂਦੇ ਕਿਉਂ ਹੈ। ਦੇਖੋ, ਆਪਣੇ ਮਮ ਡੈਡ ਦੀ ਮੈਰਿਜ ਹੋਈ, ਦੇ ਹੈਡ ਸੈਕਸ, ਉਹਨਾਂ ਨੇ ਆਪਾਂ ਨੂੰ ਜੰਮਿਆ। ਅੱਗੇ ਇਹ ਇੱਕ ਲਾਈਫ ਸਰਕਲ ਹੈ ਨਾ, ਜਿਹੜਾ ਆਪਾਂ ਖੁਦ ਮੈਰਿਜ ਕਰਾਉਣੀ ਆ, ਅੱਗੇ ਬੇਬੀਜ਼ ਕਰਨੇ ਆ। ਸੋ ਆਪਾਂ ਨੂੰ ਸੈਕਸ਼ੁਅਲੀ ਬਹੁਤ ਐਕਟਿਵ ਹੋਣਾ ਚਾਹੀਦਾ। ਔਰ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਕਿ 52% ਵਰਲਡ ਵਾਈਡ ਜਿਹੜੇ ਮੈਨ ਆ ਉਹਨਾਂ ਨੂੰ ਪ੍ਰੋਬਲਮ ਹੈ। ਤੁਸੀਂ ਇਕੱਲੇ ਨਹੀਂ ਹੈਗੇ। ਇਹ ਨਾ ਸੋਚਿਆ ਕਰੋ ਹਾਏ ਕੀ ਹੋ ਗਿਆ, ਮੈਨੂੰ ਕਿਉਂ ਹੋ ਗਿਆ, ਹੈ ਨਾ। 1995 ਤੋਂ ਬਾਅਦ ਹਰ ਸਾਲ 15% 'ਚ ਵਾਧਾ ਹੋ ਰਿਹਾ, ਔਰ ਕਹਿੰਦੇ ਕਿ 2025 ਤੱਕ 322 ਮਿਲੀਅਨ ਜਿਹੜੇ ਮੇਲ ਕਮਿਊਨਿਟੀ ਆ ਉਹਨਾਂ ਨੂੰ ਇਹ ਪ੍ਰੋਬਲਮ ਆਊਗੀ। ਸੋ ਸਭ ਨੂੰ ਇਹ ਪ੍ਰੋਬਲਮਸ ਹੈ, ਤੁਸੀਂ ਇਕੱਲੇ ਨਹੀਂ ਹੈਗੇ, ਹੈ ਨਾ। ਸੋ ਐਡ ਤੱਕ ਵੀਡੀਓ ਜ਼ਰੂਰ ਦੇਖਿਓ। ਮੈਂ ਤੁਹਾਨੂੰ ਇਹੋ ਜਿਹੇ ਸੋਲਿਊਸ਼ਨ ਦੱਸਣੇ ਆ, ਇਹੋ ਜਿਹਾ ਇੱਕ ਸਪਲੀਮੈਂਟ ਦੱਸਣਾ ਜਿਹੜੇ ਅੱਜ ਤੱਕ ਕਿਸੇ ਨੇ ਵੀ ਨਾ ਤੁਸੀਂ ਸੁਣਿਆ, ਨਾ ਕਿਸੇ ਨੇ ਗੱਲ ਕੀਤੀ ਹੈ ਨਾ, ਕਿਉਂਕਿ ਮੈਂ ਤੇ ਬਹੁਤ ਡੀਪ ਰਿਸਰਚ ਕੀਤੀ ਹੈ। ਸੋ ਐਂਡ ਤੱਕ ਤੁਸੀਂ ਜ਼ਰੂਰ ਦੇਖਿਓ। ਪਹਿਲੀ ਗੱਲ ਤਾਂ ਤੁਹਾਨੂੰ ਇਹ ਚੀਜ਼ ਅੰਡਰਸਟੈਂਡ ਕਰਨੀ ਪਊਗੀ ਕਿ ਸੈਕਸ ਲਾਈਫ ਇਜ਼ ਐਵਰੀਥਿੰਗ, ਹੈ ਨਾ, ਫॉर ਗੁੱਡ ਲਾਈਫ ਵਿਦ ਯਰ ਪਾਰਟਨਰ। ਅਤੇ ਦੋ ਮੇਨ ਇਸ਼ੂ ਇਹਦੇ 'ਚ ਆਉਂਦੇ ਆ, ਜਿਹੜੇ ਹੁੰਦੇ ਆ ਰੈਕਟਾਈਲ ਡਿਸਫੰਕਸ਼ਨ ਐਂਡ ਲੋ ਲਿਪਿਡੋ। ਰੈਕਟਾਈਲ ਡਿਸਫੰਕਸ਼ਨ 'ਚ ਕੀ ਹੁੰਦਾ ਹੈ ਕਿ ਤੁਸੀਂ ਸੈਕਸ ਕਰਦੇ ਹੋ ਬਟ ਤੁਹਾਡਾ ਇਰੈਕਟ ਨਹੀਂ ਹੋ ਪਾਉਂਦੀ ਪੀਨਸ। ਲੋ ਲਿਪਿਡੋ 'ਚ ਤੁਹਾਡਾ ਸੈਕਸ ਕਰਨ ਨੂੰ ਹੀ ਦਿਲ ਨਹੀਂ ਕਰਦਾ, ਤੁਸੀਂ ਕਹਿੰਦੇ ਛੱਡ ਪਰਾਂ, ਕਿੰਨੇ ਦਿਨ ਹੀ ਤੁਸੀਂ ਨਹੀਂ ਕਰਦੇ, ਹੈ ਨਾ। ਹੁਣ ਇਹਦੇ ਕਾਰਨ ਕੀ ਹੈ, ਹੋ ਕਿਉਂ ਰਹੇ ਆ? ਸਭ ਤੋਂ ਪਹਿਲਾਂ ਤਾਂ ਮੇਨ ਕਾਰਨ ਹੈ ਸਟੀਰੋਇਡਸ। ਤੁਹਾਨੂੰ ਕੋਈ ਕਰੋਨਿਕ ਡਿਸੀਜ਼ ਸੀ, ਤੁਸੀਂ ਬਚਪਨ 'ਚ ਬਿਮਾਰ ਸੀ, ਜਾਂ ਉੱਦਾਂ ਤੁਹਾਨੂੰ ਡਾਕਟਰਾਂ ਨੇ ਬਹੁਤ ਮੈਡੀਸਿਨ ਦਿੱਤੀਆਂ, ਉਹਦੇ ਕਰਕੇ ਤੁਹਾਡਾ ਟੈਸਟੋ ਡਰੋਪ ਹੋ ਗਿਆ, ਹੈ ਨਾ। ਜਾਂ ਤੁਸੀਂ ਬਾਡੀ ਬਿਲਡਿੰਗ ਕਰਦੇ ਹੋ ਜਾਂ ਫਿਟਨੈਸ ਫਰੀਕ ਹੋ, ਔਰ ਤੁਹਾਨੂੰ ਬਹੁਤ ਬਾਡੀ ਬਣਾਉਣ ਦਾ ਸ਼ੌਕ ਪਿਆ, ਤਾਂ ਤੁਸੀਂ ਕਿਤੇ ਨਾ ਕਿਤੇ ਸਟੀਰੋਇਡ ਲੈ ਰਹੇ ਹੋ, ਹੈ ਨਾ। ਆਰਟੀਫਿਸ਼ੀਅਲ ਟੈਸਟੋਸਟਰੋਨ ਆਪਣੀ ਬਾਡੀ ਦੇ ਵਿੱਚ ਪਾ ਰਹੇ ਹੋ, ਜਾਂ ਕੁਛ ਐਨਾਬੋਲਿਕ ਦੀਆਂ ਟੈਬਲੇਟਸ ਜਾਂ ਇੱਦਾਂ ਦਾ ਲੈ ਰਹੇ ਹੋ। ਉਹਦੇ ਨਾਲ ਕੀ ਹੁੰਦਾ, ਤੁਹਾਡਾ ਨੈਚੁਰਲ ਟੈਸਟੋਸਟਰੋਨ ਡਰੋਪ ਹੋ ਜਾਂਦਾ। ਆਪਾਂ ਡੇਲੀ ਪ੍ਰੋਡਿਊਸ ਕਰਦੇ ਹਾਂ 7 mg ਟੈਸਟੋਸਟਰੋਨ, ਹੈ ਨਾ, ਬਟ ਜਿਹੜੇ ਇਹ ਇੰਜੈਕਟ ਕਰਦੇ ਆ, ਮੀਨਸ ਬਹੁਤ ਤਕੜੀਆਂ ਬਾਡੀ ਬਣਾਉਣ ਵਾਲੇ, ਇਹ ਵੀਕ ਦਾ 250 ਤੋਂ 350 ਵੀਕਲੀ ਇੰਜੈਕਟ ਕਰਦੇ ਆ। ਤੁਸੀਂ ਹਿਸਾਬ ਲਾ ਲਓ ਕਿ ਮਹੀਨੇ ਦਾ 1000-1200 ਬਾਹਰੋਂ ਲੈ ਰਹੇ ਆ, ਔਰ ਆਪਾਂ ਨੈਚੁਰਲੀ ਪ੍ਰੋਡਿਊਸ ਕਰਦੇ ਹਾਂ 210। ਅਗਰ ਤੁਸੀਂ ਇੰਨਾ ਟੈਸਟੋਸਟਰੋਨ ਬਾਹਰੋਂ ਪਾਓਗੇ ਤਾਂ ਡੈਫੀਨੇਟਲੀ ਜਿਹੜਾ ਤੁਹਾਡਾ ਨੈਚੁਰਲ ਹੈ, ਜਾਂ ਤਾਂ ਸ਼ਟ ਡਾਊਨ ਹੋ ਜਾਊਗਾ ਜਾਂ ਸਲੋ ਡਾਊਨ ਹੋ ਜਾਊਗਾ, ਹੈ ਨਾ। ਔਰ ਤੁਹਾਡੇ ਟੈਸਟੀਕਲ ਸ਼ਰਿੰਕ ਹੋ ਜਾਣਗੇ, ਸਪਰਮ ਦੀ ਕੁਆਲਿਟੀ ਵੀ ਤੁਹਾਡੀ ਬਹੁਤ ਜ਼ਿਆਦਾ ਘਟੂਗੀ, ਹੈ ਨਾ। ਔਰ ਮੀਨਸ ਸਪਰਮ ਬਣਨੋਂ ਹੀ ਹਟਣ ਤੱਕ ਦੇ ਚਾਂਸਿਸ ਆ ਜਾਂਦੇ ਆ। ਚਾਹੇ ਤੁਸੀਂ 2-2 ਘੰਟੇ ਸੈਕਸ ਕਰੀ ਜਾਓ, ਤੁਹਾਡਾ ਡਿਸਚਾਰਜ ਹੀ ਨਹੀਂ ਹੋਣਾ, ਹੈ ਨਾ। ਸੋ ਦੈਟ ਇਜ਼ ਦਾ ਰੀਜ਼ਨ। ਤਾਂ ਮੀਨਸ ਸਟੀਰੋਇਡ ਕਰਕੇ ਪ੍ਰੋਬਲਮ ਆਉਂਦੀ ਹੈ। ਇੰਜੈਕਟ ਨਾਲੋਂ ਜ਼ਿਆਦਾ ਤੁਸੀਂ ਔਰਲ ਪਿਲਸ ਲੈਂਦੇ ਹੋ, ਉਹਦੀ ਜ਼ਿਆਦਾ ਪ੍ਰੋਬਲਮ ਹੈ ਨਾ। ਐਂਡ ਨੈਕਸਟ ਆਉਂਦਾ ਹੈਗਾ ਕਿ ਤੁਸੀਂ ਮੈਸਟੀਬਿਊਸ਼ਨ ਕਰਦੇ ਹੋ, ਹੈ ਨਾ, ਤਾਂ ਤੁਸੀਂ ਆਪਣੇ ਪੀਨਸ ਨੂੰ ਇੰਨਾ ਜ਼ਿਆਦਾ ਟਾਈਟਲੀ ਫੜ ਕੇ ਮੈਸਟੀਬਿਊਟ ਕਰਦੇ ਹੋ ਕਿ ਉਹਦੇ ਨਾਲ ਕੀ ਹੁੰਦਾ, ਜਿਹੜੀਆਂ ਉਹਦੀਆਂ ਨਾੜਾਂ ਹੈਗੀਆਂ ਤੁਹਾਡੇ ਪੀਨਸ ਦੀਆਂ, ਉਹ ਬਹੁਤ ਜ਼ਿਆਦਾ ਵੀਕ ਹੋ ਜਾਂਦੀਆਂ, ਔਰ ਉਹਨਾਂ 'ਚੋਂ ਅੱਗੇ ਜਾ ਕੇ ਬਲੱਡ ਦੀ ਸਪਲਾਈ ਘੱਟ ਜਾਂਦੀ, ਜਿਹਦੇ ਕਰਕੇ ਤੁਹਾਨੂੰ ਇਰੈਕਟ ਦੀ ਪ੍ਰੋਬਲਮਸ ਆਉਂਦੀਆਂ, ਹੈ ਨਾ। ਸੋ ਇਹ ਤਾਂ ਸਭ ਤੋਂ ਮੇਨ ਰੀਜ਼ਨ ਹੈ, ਔਰ ਇਹਦਾ ਮੈਂ ਸੋਲਿਊਸ਼ਨ ਤੁਹਾਨੂੰ ਐਂਡ 'ਤੇ ਦੱਸਦਾ ਕਿ ਤੁਸੀਂ ਮੈਸਟੀਬਿਊਸ਼ਨ ਕਿੱਦਾਂ ਛੱਡ ਸਕਦੇ ਹੋ। ਇਸ ਤੋਂ ਬਾਅਦ ਆਉਂਦਾ ਨਿਊਟ੍ਰੀਸ਼ਨ ਡੈਫੀਸ਼ੀਐਂਸੀ। ਤੁਹਾਨੂੰ ਪਤਾ, ਜਦੋਂ ਆਪਾਂ ਯੰਗ ਹੁੰਦੇ ਹਾਂ 16 ਤੋਂ 22 ਸਾਲ ਦੀ ਏਜ ਦੇ ਵਿੱਚ, ਉਦੋਂ
ਆਪਾਂ ਸਕੂਲ 'ਚ ਜਾਂ ਨਵੇਂ ਕਾਲਜਾਂ 'ਚ ਜਾਂਦੇ ਹੈ ਨਾ, ਉਦੋਂ ਆਪਣਾ ਗਰੋਥ ਦਾ ਟਾਈਮ ਹੁੰਦਾ, ਉਦੋਂ ਆਪਣੇ ਗਰੋਥ ਹਾਰਮੋਨ ਪੀਕ 'ਤੇ ਹੁੰਦੇ ਆ ਹੈ ਨਾ, ਅਤੇ ਉਦੋਂ ਆਪਣੀ ਬਾਡੀ ਦੀ ਗਰੋਥ ਹੋਣੀ ਹੁੰਦੀ ਹੈ। ਤਾਂ ਉਸ ਟਾਈਮ ਆਪਾਂ ਨਵੇਂ ਵੱਡੇ ਹੋਏ ਹੁੰਦੇ ਆ, ਮੀਨਸ ਸਾਡੇ ਟਾਈਮ ਤਾਂ 10-20 ਰੁਪਏ ਹੈ ਨਾ ਲਿਜਾ ਕੇ ਇੰਨਾ ਕੁਛ ਖਾ ਲੈਂਦੇ ਸੀ, ਪੈਟੀਆਂ, ਪੀਜ਼ੇ, ਬਰਗਰ। ਸਾਨੂੰ ਤਾਂ ਨਹੀਂ ਮਿਲਦੇ ਸੀ ਘਰੋਂ ਪੈਸੇ, ਦੈਟਸ ਡਿਫਰੈਂਟ ਸਟੱਫ ਹੈ ਨਾ। ਬਟ ਏਜ ਹੁੰਦੀ ਹੈ ਕਿ ਜਦੋਂ ਆਪਾਂ ਬਾਹਰੋਂ ਖਾ ਰਹੇ ਹੁੰਦੇ ਹਾਂ, ਬਟ ਇਹੀ ਏਜ ਹੁੰਦੀ ਹੈ ਆਪਣੀ ਗਰੋਥ ਦੀ, ਜਦੋਂ ਆਪਣੀ ਬਾਡੀ ਨੇ ਡਿਵੈਲਪ ਹੋਣਾ ਹੈ ਨਾ। ਜਿੱਦਾਂ ਫੀਮੇਲ ਦੇ ਬੂਬਸ, ਉਹਨਾਂ ਦੇ ਪ੍ਰਾਈਵੇਟ ਪਾਰਟਸ, ਮੈਨ ਦੀ ਬੀਅਰਡ, ਉਹਨਾਂ ਦੀ ਵੋਇਸ, ਉਹਨਾਂ ਦੇ ਮੀਨਸ ਪ੍ਰਾਈਵੇਟ ਪਾਰਟਸ, ਸਭ ਚੀਜ਼ਾਂ ਨੇ ਜਿਹੜਾ ਗਰੋਥ ਹਾਰਮੋਨ ਪੀਕ 'ਤੇ ਹੁੰਦਾ, ਉਸ ਟਾਈਮ ਤੁਹਾਡੀ ਬਾਡੀ ਨੇ ਡਿਵੈਲਪ ਹੋਣਾ ਹੁੰਦਾ ਹੈ ਨਾ। ਸੋ ਉਸ ਟਾਈਮ ਕੀ ਹੁੰਦਾ, ਤੁਸੀਂ ਬਰਗਰ, ਪੀਜ਼ੇ, ਪੈਟੀਆਂ ਇਹ ਖਾ ਰਹੇ ਹੁੰਦੇ। ਤੁਸੀਂ ਬਹੁਤ ਵਾਰੀ ਸੁਣਿਆ ਹੋਣਾ ਕੁੜੀਆਂ ਕਹਿੰਦੀਆਂ ਕਿ ਪੰਜਾਬ ਦੇ ਜੱਟ ਅਤੇ ਹਰਿਆਣੇ ਦੇ ਜੱਟ ਦੇ ਆਰ ਸੋ ਗੁੱਡ ਇਨ ਸੈਕਸ। ਰੀਜ਼ਨ ਕੀ ਹੈ, ਉਹਨਾਂ ਨੇ ਦੇਸੀ ਖੁਰਾਕਾਂ ਬਹੁਤ ਖਾਧੀਆਂ ਹੁੰਦੀਆਂ, ਔਰ ਉਹਨਾਂ ਦਾ ਸਾਈਜ਼, ਉਹਨਾਂ ਦਾ ਮੀਨਸ ਸੈਕਸ਼ੁਅਲੀ ਐਕਟਿਵ ਹੋਣਾ ਨਾਰਮਲ ਨਾਲੋਂ ਜ਼ਿਆਦਾ ਹੀ ਹੁੰਦਾ। ਉਹ ਡਿਫਰੈਂਟ ਚੀਜ਼ ਹੈ ਕਿ ਹੁਣ ਇਹਨਾਂ ਜਵਾਨ ਮੁੰਡਿਆਂ 'ਚ ਨਸ਼ਿਆਂ ਨੇ ਕੁਛ ਨਹੀਂ ਛੱਡਿਆ। ਕਿਉਂਕਿ ਹੁਣ ਤੁਸੀਂ ਦੇਖੋ, ਜਦੋਂ ਅਸੀਂ ਸਕੂਲ ਜਾਂਦੇ ਹੁੰਦੇ ਸੀਗੇ ਤਾਂ ਸਵੇਰੇ ਮੰਮੀ ਨੇ 4 ਅੰਡੇ ਉਬਾਲ ਕੇ ਦੁੱਧ ਦੇ ਨਾਲ ਦੇ ਦੇਣੇ ਹੈ ਨਾ, ਕੋਈ ਯੋਕ ਨਹੀਂ ਕੱਢਣਾ ਵਿੱਚੋਂ। ਔਰ ਜਦੋਂ 11 ਵਜੇ ਰਿਸੈਸ ਹੋਣੀ, ਉਦੋਂ ਪਨੀਰ ਦੀ ਭੁਰਜੀ ਨਾਲ ਮੋਟੇ ਪਰੌਂਠੇ ਘਿਓ ਦੇ ਭਰੇ। ਜਦੋਂ ਅਸੀਂ ਸਕੂਲੋਂ ਆਉਣਾ, ਉਦੋਂ ਮੀਨਸ ਪੰਜੀਰੀ ਜਾਂ ਬਿਸਕਿਟ ਹੈ ਨਾ, ਪਿੰਨੀਆਂ ਦੁੱਧ ਦੇ ਨਾਲ ਫਿਰ ਫੜਾ ਦੇਣੀਆਂ। ਐਂਡ ਸ਼ਾਮ ਨੂੰ ਫਿਰ ਸਾਨੂੰ ਜਿਹੜਾ ਤੌੜੀ ਵਾਲਾ ਦੁੱਧ ਹੁੰਦਾ ਰੈੱਡ ਕਲਰ ਦਾ, ਉਹਦੇ ਨਾਲ ਘਰ ਦਾ ਜਿਹੜਾ ਗੁੜ ਹੁੰਦਾ ਉਹ ਦੇ ਦੇਣਾ। ਔਰ ਰਾਤ ਨੂੰ ਤੰਦੂਰ ਦੀਆਂ ਰੋਟੀਆਂ, ਤਕੜੀ ਸਬਜ਼ੀ ਰੱਜ ਕੇ ਖਾਣਾ। ਔਰ ਇੰਨਾ ਸੋਹਣਾ ਇੰਟਰਨਲੀ ਡਿਵੈਲਪ ਹੋਏ ਆ। ਆਈ ਐਮ ਸੈਟਿਸਫਾਈਡ ਵਿਦ ਮਾਈ ਲਾਈਫ। ਮੈਂ 33 ਸਾਲਾਂ ਦਾ ਹੋ ਗਿਆ, ਹੁਣ ਮੈਨੂੰ 34ਵਾਂ ਲੱਗ ਜਾਣਾ ਅਗਸਤ 'ਚ, ਤਾਂ ਮੈਂ ਬਹੁਤ ਖੁਸ਼ ਹਾਂ ਅਤੇ ਮੇਰਾ ਸਭ ਕੁਛ ਪਰਫੈਕਟ ਹੈ ਨਾ। ਸੋ ਦੈਟ ਇਜ਼ ਦਾ ਰੀਜ਼ਨ ਕਿ ਜਦੋਂ ਤੁਹਾਡੇ ਬੱਚਿਆਂ ਦੀ ਗਰੋਥ ਹੋਣੀ ਹੁੰਦੀ ਹੈ, ਉਦੋਂ ਤੁਸੀਂ ਉਹਨਾਂ ਨੂੰ ਡਾਈਟ ਹੀ ਗਲਤ ਦੇ ਰਹੇ ਹੋ। ਉਦੋਂ ਤੁਸੀਂ ਬਰਗਰ, ਪੀਜ਼ੇ ਖਵਾ ਰਹੇ ਹੋ ਜਦੋਂ ਉਹਨਾਂ ਨੂੰ ਪੀਕ 'ਤੇ ਡਾਈਟ ਉਹਨਾਂ ਦੀ ਲੱਗਣੀ ਹੈ ਨਾ, ਉਹਨਾਂ ਦੇ ਗਰੋਥ ਹਾਰਮੋਨ ਪੀਕ 'ਤੇ ਹੈਗੇ ਆ। ਸੋ ਇਹ ਵੀ ਰੀਜ਼ਨ ਹੈ। 3 ਰੀਜ਼ਨ ਹੋ ਗਏ, ਸਟੀਰੋਇਡਸ, ਮੈਸਟੀਬੇਸ਼ਨ ਐਂਡ ਜਿਹੜੀ ਬਚਪਨ 'ਚ ਗਲਤ ਡਾਈਟ ਲਈ ਹੈ ਨਾ। ਇਸ ਤੋਂ ਬਾਅਦ ਆ ਜਾਂਦਾ ਹੈਗਾ ਮੇਨ ਰੀਜ਼ਨ ਡਿਪਰੈਸ਼ਨ। ਡਿਪਰੈਸ਼ਨ ਬਹੁਤ ਮੇਨ ਰੋਲ ਪਲੇ ਕਰਦਾ। ਜਦੋਂ ਤੁਹਾਨੂੰ ਡਿਪਰੈਸ਼ਨ ਹੁੰਦਾ, ਤੁਸੀਂ ਆਪਣੇ ਆਪ ਨੂੰ ਸਰੈਂਡਰ ਹੀ ਕਰ ਜਾਂਦੇ ਹੋ। ਤਾਂ ਤੁਸੀਂ ਸੋਚੋ ਕਿ ਤੁਹਾਡੀ ਬਾਡੀ ਦੇ ਅੰਦਰ ਜਿਹੜੇ ਬਾਕੀ ਦੇ ਸੈਕਸ ਹਾਰਮੋਨ ਹੈ ਜਾਂ ਜਿੰਨਾ ਵੀ ਕੁਛ ਹੈ, ਹੈਪੀ ਹਾਰਮੋਨ, ਉਹ ਕਿੱਦਾਂ ਮੀਨਸ ਕੰਮ ਕਰ ਪਾਉਣਗੇ ਹੈ ਨਾ। ਤੁਹਾਨੂੰ ਪਤਾ ਤੁਹਾਡੇ ਘਰੇ ਕੰਜਰ ਕਲੇਸ਼ ਪਿਆ, ਤੁਹਾਡੀ ਫੈਮਿਲੀ 'ਚ ਇਸ਼ੂਜ਼ ਹੈ, ਤੁਹਾਡੇ ਕੰਮ 'ਤੇ ਇਸ਼ੂਜ਼ ਹੈ, ਫਾਈਨੈਂਸ਼ੀਅਲ ਇਸ਼ੂਜ਼ ਹੈ, ਤਾਂ ਬਹੁਤ ਜ਼ਿਆਦਾ ਉਸ ਚੀਜ਼ ਦਾ ਇਫੈਕਟ ਪੈਂਦਾ ਕਿ ਮੀਨਸ ਅਸੈਪਟ ਕਰਦੇ ਹੋ ਕਿ ਕੁਛ ਤੁਹਾਡੀ ਸੈਕਸ ਡਰਾਈਵ ਗੁੱਡ ਹੋਊਗੀ। ਦੈਟਸ ਨਾਟ ਪੋਸੀਬਲ ਹੈ ਨਾ। ਤਾਂ ਹੀ ਤਾਂ ਇੱਕ ਜਵਾਕ ਜੰਮਣ 'ਚ ਵੀ ਇੰਨੇ ਪ੍ਰੋਬਲਮਸ ਆ ਰਹੀਆਂ। ਪਹਿਲਾਂ ਲੋਕ 10-10, 12-12 ਜਵਾਕ ਜੰਮ ਦਿੰਦੇ ਸੀਗੇ। ਸੋ ਦੈਟਸ ਦਾ ਰੀਜ਼ਨ ਹੈ ਨਾ। ਇਸ ਤੋਂ ਬਾਅਦ ਮੇਨ ਜਿਹੜਾ ਹੈਗਾ ਉਹ ਹੈਗਾ ਵੈਦ। ਜਿਹੜੇ ਵੀ ਤੁਸੀਂ ਵੈਦਾਂ ਤੋਂ ਦਵਾਈਆਂ ਲੈਂਦੇ ਹੋ ਨਾ ਕਿ ਮੈਨੂੰ ਸੈਕਸ ਦੇ ਇਸ਼ੂਜ਼ ਆ, ਆਹ ਦਵਾਈ ਲੈ ਲਈ, ਉਹ ਦਵਾਈ ਲੈ ਲਈ ਹੈ ਨਾ, ਮੀਨਸ ਤੁਹਾਨੂੰ ਪਤਾ ਉਹ ਕਿਰਲੀਆਂ, ਟਿੱਡੀਆਂ, ਸੱਪਾਂ ਦੀਆਂ ਪੁੱਛਾਂ, ਪਤਾ ਨਹੀਂ ਕੀ ਕੁਛ ਮਾਰ ਕੇ ਤੁਹਾਨੂੰ ਦਿੰਦੇ। ਜਿਹੜੀ ਚੀਜ਼ ਦਾ ਤੁਹਾਨੂੰ ਪਤਾ ਨਹੀਂ, ਉਹ ਚੀਜ਼ ਤੁਸੀਂ ਕਿੱਦਾਂ ਲੈ ਲੈਂਦੇ ਹੋ। ਮੈਨੂੰ ਹੈਰਾਨਗੀ ਹੈ ਦੇਖ ਕੇ। ਤੁਸੀਂ ਜ਼ਹਿਰ ਖਾ ਲਓ, ਚਾਹੇ ਕਮ ਸੇ ਕਮ ਤੁਹਾਨੂੰ ਪਤਾ ਅਸੀਂ ਜ਼ਹਿਰ ਖਾਧਾ। ਆਹ ਦੇਖੋ ਆਹ ਕੀ ਚੀਜ਼ਾਂ ਪਾ ਰਹੇ ਆ, ਆਹ ਮਰੀ ਵੀ ਕਿਰਲੀ। ਮੀਨਸ ਇਹ ਇੰਨੀਆਂ ਜ਼ਿਆਦਾ ਗਰਮ ਹੁੰਦੀਆਂ ਨਾ। ਇਹਨਾਂ ਦਾ ਮਤਲਬ ਵੀ ਮੇਨ ਮਕਸਦ ਹੀ ਇਹ ਹੁੰਦਾ ਕਿ ਤੁਹਾਡੀ ਪੀਨਸ ਦੇ ਮੀਨਸ ਅੰਦਰ ਜਾ ਕੇ ਗਰਮੀ ਕਰਨਾ ਔਰ ਤੁਹਾਡੇ ਪੀਨਸ ਦੇ ਵਿੱਚ ਬਲੱਡ ਫਲੋ ਨੂੰ ਇਨਕਰੀਜ਼ ਕਰਨਾ। ਹੁਣ ਇੰਨੀ ਗਰਮੀ ਕਰੂਗਾ ਤਾਂ ਇਹ ਤਾਂ ਹੈ ਨਹੀਂ ਉਹ ਇਕੱਲਾ ਪੀਨਸ 'ਚ ਹੀ ਤੁਹਾਡੇ ਬਲੱਡ ਦੀ ਸਪਲਾਈ ਵਧਾ ਰਿਹਾ, ਉਹ ਕਿਡਨੀ ਨੂੰ ਇਫੈਕਟ ਕਰੂਗਾ, ਹਾਰਟ ਨੂੰ ਇਫੈਕਟ ਕਰੂਗਾ, ਪੂਰੇ ਓਵਰਆਲ ਬਾਡੀ ਦਾ ਸੱਤਿਆਨਾਸ਼ ਕਰ ਦੂਗਾ। ਪਲੀਜ਼ ਵੈਦਾਂ ਤੋਂ ਬਚੋ ਜਿੰਨਾ ਬਚ ਸਕਦੇ ਹੋ, ਠੀਕ ਹੈ। ਇਸ ਤੋਂ ਇਲਾਵਾ ਇੱਕ ਚੀਜ਼ ਹੋਰ ਹੁੰਦੀ ਹੈਗੀ ਆ, ਤੁਹਾਨੂੰ ਸੈਕਸ ਦੇ ਇਸ਼ੂਜ਼ ਹੈਗੇ ਆ, ਤੁਸੀਂ ਬਹੁਤ ਵਾਰੀ ਆਰਟੀਫਿਸ਼ੀਅਲ ਥੈਰੇਪੀਜ਼ ਲੈ ਲੈਂਦੇ ਹੋ। ਲਾਈਕ ਤੁਹਾਡੇ ਡਾਕਟਰ ਕਹਿੰਦੇ ਅਸੀਂ ਤੁਹਾਡੇ ਬਾਡੀ ਦੇ ਅੰਦਰ ਮੀਨਸ ਟੈਸਟੋ ਦਾ ਇੰਜੈਕਟ ਕਰ ਦਿੰਦੇ ਹੈਗੇ, ਜਿਵੇਂ ਤੁਹਾਡਾ 5 ਆ ਰਿਹਾ ਤਾਂ 16-17 ਹੋ ਜਾਊਗਾ। ਤਾਂ ਉਹਦੇ ਨਾਲ ਕੀ ਹੈਗਾ, ਇੱਕ ਤਾਂ ਤੁਹਾਡੇ ਪਹਿਲਾਂ ਹੀ ਬਣ ਨਹੀਂ ਰਿਹਾ ਸੀਗਾ, ਪਹਿਲਾਂ ਹੀ 5 ਸੀਗਾ, ਉੱਪਰੋਂ ਚੱਕ ਕੇ ਤੁਹਾਡੇ ਵਿੱਚ ਆਰਟੀਫਿਸ਼ੀਅਲ, ਜਿਹਨੂੰ ਕਹਿੰਦੇ ਆਰਟੀਫਿਸ਼ੀਅਲ ਟੈਸਟੋਸਟਰੋਨ ਥੈਰੇਪੀ, ਉਹੀ ਤੁਹਾਡੇ ਇੰਜੈਕਟ ਕਰਤਾ, ਤੁਹਾਡਾ 15-16 ਹੋ ਗਿਆ। 2-3 ਮਹੀਨੇ ਦਾ ਤੁਸੀਂ ਚੰਗੀਆਂ ਪਿਚਕਾਰੀਆਂ ਛੱਡਦੇ ਫਿਰੇ ਹੈ ਨਾ। ਉਸ ਤੋਂ ਬਾਅਦ ਉਹ ਬਿਲਕੁਲ ਹੀ ਡਰੋਪ ਹੋ ਗਿਆ ਕਿਉਂਕਿ ਪਹਿਲਾਂ ਹੀ ਡਾਊਨ ਸੀ, ਉੱਤੋਂ ਚੱਕ ਕੇ ਹੋਰ ਆਰਟੀਫਿਸ਼ੀਅਲ ਵਿੱਚ ਪਾਤਾ। ਸੋ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਨਾ, ਇੰਨਾ ਕਰਕੇ ਪ੍ਰੋਬਲਮਸ ਆ ਰਹੀਆਂ ਹੈਗੀਆਂ। ਹੁਣ ਅੱਗੇ ਮੇਨ ਗੱਲ ਆਉਂਦੀ ਹੈ ਕਿ ਭਾਜੀ ਸਾਨੂੰ ਇਹ ਦੱਸੋ ਵੀ ਇਹ ਪਤਾ ਕਿਵੇਂ ਲੱਗੂਗਾ
ਹੈ ਨਾ। ਸਭ ਤੋਂ ਪਹਿਲਾਂ ਤਾਂ ਕੰਪਲੀਟ ਟੈਸਟੋਸਟਰੋਨ ਤੁਸੀਂ ਟੈਸਟ ਕਰਵਾ ਸਕਦੇ ਹੋ, ਬਲੱਡ ਟੈਸਟ ਹੈ ਨਾ। ਉਹਦੇ 'ਚ ਤੁਹਾਡਾ ਟੈਸਟੋਸਟਰੋਨ ਦੇ ਤੁਹਾਨੂੰ ਲੈਵਲਸ ਪਤਾ ਲੱਗਣਗੇ ਕੀ ਹੈਗੇ ਆ। ਐਂਡ ਇਸ ਤੋਂ ਇਲਾਵਾ ਅਲਟਰਾਸਾਊਂਡਸ ਹੁੰਦੇ ਆ, ਜਦੋਂ ਉਹ ਤੁਹਾਡੀ ਪੂਰੀ ਪੀਨਸ ਦੇ ਵਿੱਚ ਮੀਨਸ ਚੈੱਕ ਕਰਦੇ ਆ ਅੰਦਰ ਤੱਕ ਉਹਨੂੰ ਕਿ ਕਿਤੇ ਕੋਈ ਬਲੋਕੇਜ ਤਾਂ ਨਹੀਂ ਹੈਗੀ, ਤਾਂ ਕਰਕੇ ਤਾਂ ਨਹੀਂ ਰੈਕਟ ਇਸ਼ੂ ਆ ਰਹੇ ਹੈ ਨਾ। ਇਸ ਤੋਂ ਇਲਾਵਾ ਤੁਹਾਡੇ ਹਾਰਟ ਦੇ ਕੋਈ ਪ੍ਰੋਬਲਮਸ ਹੈ, ਤੁਹਾਨੂੰ ਡਾਇਬਟੀਜ਼ ਦੇ ਇਸ਼ੂਜ਼ ਹੈਗੇ ਆ, ਥਾਇਰਾਇਡ ਹੈਗਾ, ਜਿੱਦਾਂ ਥਾਇਰਾਇਡ ਗਲੈਂਡ ਤੁਹਾਡੀ ਪੂਰੇ ਬੋਡੀ ਦੇ ਸੈਲਸ ਨੂੰ ਕੰਟਰੋਲ ਕਰਦਾ ਹੈ ਨਾ। ਸੋ ਇਹ ਸਾਰੇ ਟੈਸਟ ਵੀ ਕਰਵਾਏ ਜਾਂਦੇ। ਇਸ ਤੋਂ ਇਲਾਵਾ ਕੁਛ ਪਰਸਨਲ ਤੁਹਾਡੇ ਤੋਂ ਕੁਐਸਚਨ ਪੁੱਛਦੇ ਆ, ਤੁਹਾਡੀ ਡਿਪਰੈਸ਼ਨ ਦੇ ਰਿਲੇਟਡ, ਤੁਹਾਡੀ ਸੈਕਸ ਓਰੀਐਂਟੇਸ਼ਨ ਦੇ ਰਿਲੇਟਡ, ਮੀਨਸ ਬਾਕੀ ਲਾਈਫ ਦੇ ਰਿਲੇਟਡ ਹੈ ਨਾ। ਸੋ ਇਹ ਸਾਰੀਆਂ ਚੀਜ਼ਾਂ ਕਰਾ ਕੇ ਤੁਹਾਨੂੰ ਐਂਡ 'ਤੇ ਪਤਾ ਲੱਗਦਾ ਹੈ ਕਿ ਤੁਹਾਡੇ ਪ੍ਰੋਬਲਮ ਤੁਸੀਂ ਡਾਇਗਨੋਸ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਹਾਨੂੰ ਖੁਦ ਵੀ ਪਤਾ ਹੁੰਦਾ ਤੁਸੀਂ ਸੈਕਸ 'ਚ ਕਿੰਨੇ ਐਕਟਿਵ ਹੋ, ਤੁਸੀਂ ਕਿੰਨਾ ਕੁ ਰਿਐਕਟ ਕਰ ਪਾ ਰਹੇ ਹੋ ਹੈ ਨਾ। ਹੁਣ ਗੱਲ ਆਉਂਦੀ ਹੈ ਕਿ ਮੀਨਸ ਲੋਕ ਇਹਦੇ 'ਚ ਕੀ ਚੀਜ਼ਾਂ ਇਹਦੇ 'ਚ ਯੂਜ਼ ਕਰ ਰਹੇ ਆ ਇਹਨੂੰ ਬੂਸਟ ਕਰਨ ਲਈ, ਟੈਸਟੋ ਨੂੰ ਹੈ ਨਾ, ਜਾਂ ਰੈਕਟਾਈਲ ਡਿਸਫੰਕਸ਼ਨ ਜਾਂ ਲੋ ਲਿਪਿਡ ਨੂੰ ਠੀਕ ਕਰਨ ਲਈ। ਸਭ ਤੋਂ ਪਹਿਲਾਂ ਤਾਂ ਮੀਨਸ ਇਹੀ ਹੁੰਦਾ ਹੈ ਕਿ ਟੈਸਟੋਸਟਰੋਨ ਆਰਟੀਫਿਸ਼ੀਅਲ ਥੈਰੇਪੀ ਲੈ ਲੈਂਦੇ ਆ, ਜਿਸ ਤੁਹਾਨੂੰ ਇੰਜੈਕਟ ਕਰ ਦਿੰਦੇ ਆ। 2-3 ਮਹੀਨੇ ਤੁਹਾਡਾ ਗੁੱਡ ਟੈਸਟੋ ਰਹਿੰਦਾ ਐਂਡ ਆਫਟਰ ਦੈਟ ਫਿਰ ਡਰੋਪ ਹੋ ਜਾਂਦਾ। ਇਸ ਤੋਂ ਇਲਾਵਾ ਸਮ ਜੈਲਸ ਹੁੰਦੀਆਂ ਜਿਹੜੀਆਂ ਤੁਸੀਂ ਪੀਨਸ 'ਤੇ ਅਪਲਾਈ ਕਰਨੀਆਂ ਹੁੰਦੀਆਂ, ਉਹਦੇ ਨਾਲ ਸਮ ਟਾਈਮਸ ਕੀ ਹੈ ਬਲੱਡ ਦੀ ਸਪਲਾਈ ਇਨਕਰੀਜ਼ ਹੋ ਜਾਂਦੀ ਹੈ ਔਰ ਇਰੈਕਟ ਦੇ ਇਸ਼ੂਜ਼ ਕਿਤੇ ਨਾ ਕਿਤੇ ਠੀਕ ਹੋ ਜਾਂਦੇ ਜੇ ਮੈਸਟਰਬੇਸ਼ਨ ਕਰਕੇ ਹੋਈ ਹੈ। ਤੁਹਾਡੀਆਂ ਨਾੜਾਂ ਵੀਕ ਹੈ, ਇਹ ਨਹੀਂ ਕਿ ਤੁਹਾਡਾ ਇੰਟਰਨਲੀ ਮੀਨਸ ਵੈਸੀ ਟੈਸਟੋ ਡਰੋਪ ਹੈ, ਫਿਰ ਵੀ ਜੈਲਸ ਨਾਲ ਕੋਈ ਉਹਦੇ 'ਤੇ ਇਫੈਕਟ ਫਰਕ ਨਹੀਂ ਪੈ ਸਕਦਾ ਹੈ ਨਾ। ਇਸ ਤੋਂ ਇਲਾਵਾ ਟੈਬਲੇਟਸ ਹੁੰਦੀਆਂ ਲਾਈਕ ਵੈਗਰਾ ਵਗੈਰਾ, ਇਹ ਆਰਟੀਫਿਸ਼ੀਅਲ ਹੁੰਦੀਆਂ, 2-3 ਮੀਨਸ ਥੋੜ੍ਹੀ ਦੇਰ ਲਈ ਤੁਹਾਨੂੰ ਇਰੈਕਟ ਕਰ ਦਿੰਦੀਆਂ, ਆਫਟਰ ਦੈਟ ਫਿਰ ਉਹੀ ਇਸ਼ੂ। ਇਹ ਤੁਹਾਡੀ ਕਿਡਨੀ 'ਤੇ ਔਰ ਬਾਕੀ ਔਰਗਨਸ 'ਤੇ ਬਹੁਤ ਇਫੈਕਟ ਕਰਦੇ ਆ ਹੈ ਨਾ। ਇਸ ਤੋਂ ਇਲਾਵਾ ਮੀਨਸ ਪੰਪਸ ਹੁੰਦੇ ਆ ਜਿਹੜੇ ਤੁਸੀਂ ਪੀਨਸ 'ਤੇ ਲਾ ਕੇ ਉਹਨੂੰ ਪੰਪ ਕਰਨਾ ਹੁੰਦਾ, ਇਹਦੇ ਨਾਲ ਵੀ ਤੁਹਾਡੇ ਮੈਸਟਰਬੇਸ਼ਨ ਕਰਕੇ ਅਗਰ ਨਾੜਾਂ ਵੀਕ ਹੈਗੀਆਂ ਪੀਨਸ ਦੀਆਂ ਤਾਂ ਉਹ ਐਕਟੀਵੇਟ ਹੋ ਜਾਂਦੀਆਂ ਹੈ ਨਾ। ਸੋ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਤੁਸੀਂ ਜਿਹੜੇ ਰੈਕਟਾਈਲ ਦੇ ਈਡੀ ਦੇ ਇਸ਼ੂਜ਼ ਆ ਇਹਨਾਂ ਨੂੰ ਠੀਕ ਕਰਨ ਲਈ ਯੂਜ਼ ਕਰ ਸਕਦੇ ਹੋ ਹੈ ਨਾ। ਤੋਂ ਪਹਿਲਾਂ ਤਾਂ ਆਪਣਾ ਡਿਪਰੈਸ਼ਨ ਘੱਟ ਕਰੋ, ਆਪਣੇ ਵਰਕਿੰਗ ਆਵਰਸ ਘੱਟ ਕਰੋ, ਠੀਕ ਹੈ। ਜਿੰਨਾ ਮਰਜ਼ੀ ਕੰਮ ਕਰ ਲਓ, ਤੁਸੀਂ ਮੈਨੂੰ ਇੱਕ ਗੱਲ ਦੱਸੋ, ਤੁਹਾਡੀ ਡੈਸਟੀਨੇਸ਼ਨ ਕੀ ਹੈ? ਤੁਹਾਡਾ ਸਫ਼ਰ ਕਿੱਥੇ ਜਾ ਕੇ ਖ਼ਤਮ ਹੋਣਾ? ਆਪਾਂ ਲਾਈਫ ਹੈ ਚਲਦੇ ਜਾ ਰਹੇ ਹਾਂ। ਇਹ ਤਾਂ ਹੈ ਨਹੀਂ ਕਿ ਕਿਤੇ ਐਂਡ 'ਤੇ ਜਾ ਕੇ ਆਪਾਂ ਸੈਟਿਸਫਾਈ ਹੋ ਜਾਵਾਂਗੇ, ਕਦੇ ਨਹੀਂ ਹੋ ਸਕਣਾ। ਹੁਣ ਕੁਆਰੇ ਆ, PR ਦੀ ਟੈਨਸ਼ਨ ਹੈ, ਘਰ ਲੈਣ ਦੀ ਟੈਨਸ਼ਨ ਹੈ, ਵਿਆਹ ਦੀ ਟੈਨਸ਼ਨ ਹੈ, ਜਵਾਕਾਂ ਦੀ ਟੈਨਸ਼ਨ ਹੈ, ਜਵਾਕਾਂ ਨੂੰ ਪੜ੍ਹਾਉਣ ਦੀ ਟੈਨਸ਼ਨ ਹੈ, ਉਹਨਾਂ ਨੂੰ ਅੱਗੇ ਸੈੱਟ ਕਰਨ ਦੀ ਟੈਨਸ਼ਨ ਹੈ ਨਾ, ਫਿਰ ਉਹਨਾਂ ਨੂੰ ਵਿਆਹੁਣ ਦੀ ਟੈਨਸ਼ਨ ਹੈ, ਫਿਰ ਗਾਂ ਉਹਨਾਂ ਦੇ ਬੱਚੇ ਹੋ ਜਾਣ। ਇਹ ਸਾਰੀ ਉਮਰ ਚੱਲਦੇ ਰਹਿਣਾ, ਟਰਸਟ ਮੀ, ਇਹ ਚੱਲਦੇ ਰਹਿਣਾ ਹੈ ਨਾ। ਸੋ ਪਹਿਲਾਂ ਤਾਂ ਆਪਣੇ ਡਿਪਰੈਸ਼ਨ ਨੂੰ ਥੋੜ੍ਹਾ ਘੱਟ ਕਰੋ, ਤੁਸੀਂ ਮੈਡੀਟੇਸ਼ਨ ਕਰਿਆ ਕਰੋ। ਤੁਹਾਨੂੰ ਪਤਾ ਮੈਡੀਟੇਸ਼ਨ ਇੱਕ ਇਹੋ ਜਿਹਾ ਪਾਵਰਫੁਲ ਟੂਲ ਹੈ ਜਿਹੜਾ ਤੁਹਾਨੂੰ ਤੁਹਾਡੇ ਨਾਲ ਜਾਣ ਪਛਾਣ ਕਰਵਾਉਂਦਾ। ਤੋਂ ਬਾਅਦ ਆਉਂਦਾ ਹੈਗਾ ਜਿਹੜੀਆਂ ਵੈਦਾਂ ਦੀਆਂ ਤੁਸੀਂ ਗੋਲੀਆਂ ਜਾਂ ਉਹਨਾਂ ਤੋਂ ਭਸਮਾਂ ਜੋ ਵੀ ਚੀਜ਼ਾਂ ਲੈਂਦੇ ਹੋ ਨਾ ਲਓ, ਬਹੁਤ ਜ਼ਿਆਦਾ ਗਰਮ ਹੁੰਦੀਆਂ, ਉਹ ਸਰਟੀਫਾਈਡ ਨਹੀਂ ਹੈਗੇ। ਤੁਹਾਨੂੰ ਪਤਾ ਜਦੋਂ ਮੇਰੇ ਕੋਲ ਕੋਈ ਕਲਾਇੰਟ ਆਉਂਦਾ ਅਤੇ ਮੈਂ ਉਹਨਾਂ 'ਤੇ ਇੱਕ ਫਾਰਮ ਫਿਲ ਕਰਵਾਉਣਾ, ਉਹ ਮੈਂ ਸਪੈਸ਼ਲ ਉਹਦੇ 'ਤੇ ਇੱਕ ਕੁਐਸਚਨ ਕ੍ਰੀਏਟ ਕੀਤਾ ਹੋਇਆ ਕਿ ਤੁਸੀਂ ਕੋਈ ਵੈਦਾਂ ਤੋਂ ਜਾਂ ਕੋਈ ਇਹੋ ਜਿਹੀ ਮੈਡੀਸਿਨ ਲਈ ਹੈ ਜਿਹੜੀ ਸਰਟੀਫਾਈਡ ਨਹੀਂ ਸੀਗੀ, ਤਾਂ ਅਗਰ ਉਹ ਯੈਸ ਕਰਦੇ ਤਾਂ ਮੈਂ ਉਹਨਾਂ ਦੇ ਬਹੁਤ ਸਾਰੇ ਬਲੱਡ ਟੈਸਟ ਕਰਵਾਉਣਾ, ਕਿਉਂਕਿ ਤੁਹਾਨੂੰ ਨਹੀਂ ਪਤਾ ਤੁਸੀਂ ਕੀ ਖਾ ਚੁੱਕੇ ਹੋ। ਇਹ ਚੀਜ਼ਾਂ ਤੁਹਾਡੀ ਬਾਡੀ ਦੇ ਅੰਦਰ ਚਲੀਆਂ ਤਾਂ ਜਾਂਦੀਆਂ ਬਟ ਲੌਂਗ ਟਰਮ ਜਾ ਕੇ ਤੁਹਾਨੂੰ ਬਹੁਤ ਇਫੈਕਟ ਕਰਦੀਆਂ। ਇਹਨਾਂ ਚੀਜ਼ਾਂ ਤੋਂ ਜਿੰਨਾ ਬਚਿਆ ਜਾਂਦਾ, ਭਸਮਾਂ ਤੋਂ, ਆਹ ਜਿਹੜੇ ਕਿਰਲੀਆਂ ਸੱਪਾਂ ਦੀਆਂ ਪੁੱਛਾਂ ਉਹ ਤੁਹਾਨੂੰ ਮਾਰ ਕੇ ਦੇ ਰਹੇ, ਇਹਨਾਂ ਤੋਂ ਬਚੋ। ਇਸ ਤੋਂ ਬਾਅਦ ਆਉਂਦਾ ਆਪਣੀ ਬਾਡੀ ਨੂੰ ਡੀਟੌਕਸ ਕਰੋ। ਸਾਰਾ ਦਿਨ ਇਹਦੇ ਵਿੱਚ ਚੀਜ਼ਾਂ ਮੇਰੀ ਜਾਨ ਨਾ ਸਿੱਟੀ ਜਾਓ, ਕਿਉਂਕਿ ਜਿਹੜਾ ਆਪਣਾ ਲੀਵਰ ਹੈ ਇਹ ਕੋਈ ਮੀਨਸ ਇੱਟਾਂ ਸੀਮੈਂਟ ਦਾ ਤਾਂ ਬਣਿਆ ਨਹੀਂ ਯਾਰ, ਇਹ ਬਲੱਡ ਦਾ ਔਰ ਮਾਸ ਦਾ ਬਣਿਆ। ਇਹਨੂੰ ਬਖਸ਼ ਦਿਓ, ਹੱਥ ਜੋੜੇ ਤੁਹਾਡੇ ਅੱਗੇ। ਕਿੰਨਾ ਖਾਂਦੇ ਹੋ, ਕਿੰਨਾ ਅੰਦਰ ਸਿੱਟਦੇ ਹੋ, ਬਾਡੀ ਨੂੰ ਥੋੜ੍ਹਾ ਡੀਟੌਕਸ ਕਰੋ। ਕੋਈ ਤੁਹਾਨੂੰ ਪਤਾ ਆਪਣੇ ਲੋਕਾਂ ਦੀ ਪ੍ਰੋਬਲਮ ਕੀ ਹੈ, 9 ਵਜੇ ਬ੍ਰੇਕਫਾਸਟ ਕਰਨਾ, 2 ਵਜੇ ਲੰਚ ਕਰਨਾ, 7 ਵਜੇ ਡਿਨਰ। ਜਿੰਨਾ ਚਿਰ ਬਾਡੀ ਕੁਛ ਨਹੀਂ ਮੰਗ ਰਹੀ ਨਾ ਅੰਦਰ ਪਾਓ ਪਲੀਜ਼। ਹੁਣ ਕਈ ਲੋਕ ਤਾਂ ਹੁੰਦੇ ਆ ਉਹਨਾਂ ਦਾ ਲੀਵਰ ਇੰਨਾ ਖਰਾਬ ਹੁੰਦਾ, ਗਰਮੀ ਪਈ ਹੁੰਦੀ, ਭੁੱਖ ਨਹੀਂ ਲੱਗਦੀ, ਉਹ ਡਿਫਰੈਂਟ ਚੀਜ਼ ਹੈ। ਬਟ ਤੁਸੀਂ ਐਕਟਿਵ ਹੋ, ਤੁਹਾਨੂੰ ਭੁੱਖ ਲੱਗ ਰਹੀ, ਥੋੜ੍ਹਾ ਜਿਹਾ ਕੰਟਰੋਲ ਕਰੋ ਔਰ ਵਾਰੀ ਚੀਜ਼ਾਂ ਮੂੰਹ 'ਚ ਨਾ ਪਾਓ ਚੱਕ ਕੇ। ਤੁਸੀਂ ਆਪਣੇ ਇਨਸੂਲਿਨ ਨੂੰ ਵਾਰੀ ਸਪਾਈਕ ਅਪ ਕਰ ਰਹੇ ਹੋ, ਉਹਦੇ ਨਾਲ ਉਹ ਰੈਸਿਸਟ ਹੋ ਜਾਣਾ ਔਰ ਤੁਹਾਡੀ ਬਾਡੀ ਦਾ ਸੱਤਿਆਨਾਸ਼ ਹੋ ਜਾਣਾ। ਤਾਂ ਹੀ ਤਾਂ ਲੀਵਰ ਖਰਾਬ ਹੋ ਰਿਹਾ, ਤਾਂ ਹੀ ਤਾਂ ਡਾਈਟ ਨਹੀਂ ਲੱਗ ਰਹੀ। ਇਸ ਤੋਂ ਬਾਅਦ ਆਉਂਦਾ ਡਾਈਟ ਘਰ ਦੀ ਲਓ ਪ੍ਰੋਪਰ। ਮੀਨਸ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ, ਦੁੱਧ, ਘਿਓ, ਦਹੀਂ, ਲੱਸੀ, ਇਹ ਸਭ ਚੀਜ਼ਾਂ ਨੂੰ ਮੀਨਸ ਤੁਸੀਂ ਫੋਲੋ ਕਰੋ।
ਸਪਲੀਮੈਂਟ ਤੇ ਮੈਂ ਆਲਰੇਡੀ ਵੀਡੀਓ ਪਾਈ ਹੈਗੀ ਹੈ, ਤੁਸੀਂ ਉਹ ਚੈੱਕ ਕਰ ਸਕਦੇ ਹੋ। ਜਿੰਨਾ ਕੁ ਹੋ ਸਕਦਾ ਨੈਚੁਰਲ ਡਾਈਟ ਲਓ, ਘਰ ਦੀ ਡਾਈਟ ਲਓ, ਸੋਹਣੀ ਦੇਸੀ ਡਾਈਟ ਖਾਓ, 100% ਤੁਹਾਨੂੰ ਫਰਕ ਪਊਗਾ ਹੈ ਨਾ। ਇਸ ਤੋਂ ਬਾਅਦ ਆਉਂਦਾ ਵਰਕਆਊਟ, ਸਭ ਤੋਂ ਇੰਪੋਰਟੈਂਟ ਜਿਮ ਆਉਂਦਾ ਹੈ ਨਾ। ਜਿਮ 'ਚ ਕੀ ਹੈਗਾ, ਮੀਨਸ ਜੇ ਤੁਸੀਂ ਵਰਕਆਊਟ ਕਰਦੇ ਹੋ ਨਾ, ਤੁਹਾਡੀ ਬਾਡੀ 'ਚ ਬਲੱਡ ਦਾ ਸਰਕੂਲੇਸ਼ਨ ਇਨਕਰੀਜ਼ ਹੁੰਦਾ, ਤੁਹਾਡੀ ਬਾਡੀ 'ਚ ਆਕਸੀਜਨ ਲੈਵਲ ਇਨਕਰੀਜ਼ ਹੁੰਦਾ। ਜਦੋਂ ਬਾਡੀ 'ਚ ਬਲੱਡ ਦਾ ਸਰਕੂਲੇਸ਼ਨ ਇਨਕਰੀਜ਼ ਹੋ ਰਿਹਾ ਤਾਂ ਇਕੱਲਾ ਤੁਹਾਡੇ ਮੀਨਸ ਮਸਲਸ ਤਾਂ ਹੋ ਨਹੀਂ ਰਿਹਾ, ਜਾਂ ਬਾਡੀ ਤੁਹਾਡੇ ਪੀਨਸ 'ਚ ਵੀ ਹੋ ਰਿਹਾ, ਤਾਂ ਉੱਥੇ ਈਡੀ ਦੇ ਇਸ਼ੂਜ਼ ਬਹੁਤ ਹੱਦ ਤੱਕ ਠੀਕ ਹੋਣ ਦੇ ਚਾਂਸਿਸ ਹੁੰਦੇ ਆ। ਤੁਹਾਡੇ ਜਿੰਨੇ ਵੀ ਆਰਗਨਸ ਹੈ ਸਲੋ ਡਾਊਨ ਵਰਕ ਕਰ ਰਹੇ ਆ, ਉਹ ਪ੍ਰੋਪਰ ਕੰਮ ਕਰਨ ਲੱਗਦੇ ਆ ਹੈ ਨਾ। ਔਰ ਇੱਕ ਚੀਜ਼ ਹੋਰ ਹੈ, ਅਗਰ ਤੁਸੀਂ ਵਰਕਆਊਟ ਕਰਦੇ ਹੋ ਤਾਂ ਸਪ੍ਰਿੰਟਿੰਗ ਜ਼ਰੂਰ ਉਹਦੇ 'ਚ ਐਡ ਕਰੋ। ਇਹ ਮੰਨਿਆ ਗਿਆ ਕਿ 17% ਤੱਕ ਤੁਹਾਡੇ ਮੀਨਸ ਟੈਸਟੋਸਟਰੋਨ ਬੂਸਟ ਹੁੰਦਾ। ਇਹਦੇ 'ਚ ਤੁਸੀਂ ਕੀ ਕਰਨਾ, ਟ੍ਰੈਡਮਿਲ 'ਤੇ ਜਾਓ, ਉਹਦੇ 'ਚ 30 ਸੈਕਿੰਡ ਪੂਰੀ 16-17 ਦੀ ਸਪੀਡ 'ਤੇ ਤੁਸੀਂ ਰਨਿੰਗ ਕਰੋ, ਫਿਰ ਲੱਤਾਂ ਸਾਈਡ 'ਤੇ ਰੱਖ ਲਓ, ਠੀਕ ਹੈ। ਫਿਰ ਉਹਨੂੰ ਮਸ਼ੀਨ ਨੂੰ ਚੱਲੀ ਜਾਣ ਦਿਓ, ਤੁਸੀਂ 30 ਸੈਕਿੰਡ ਰੈਸਟ ਲਓ। ਜਦੋਂ ਤੁਸੀਂ ਨਾਰਮਲ ਰਨਿੰਗ ਕਰਦੇ ਹੋ ਨਾ, ਉਦੋਂ ਕੀ ਹੁੰਦਾ, ਤੁਹਾਡੀ ਜਿਹੜੀ ਹਾਰਟ ਰੇਟ ਹੈ ਨਾ, ਉਹ 160, 150 ਜਾਂ 180 ਜਿੱਥੇ ਵੀ ਚਲੀ ਜਾਂਦੀ ਹੈ, ਚਾਹੇ 200 'ਤੇ ਚਲੀ, ਉਹ ਨਾ ਇੱਕ ਮੀਨਸ ਪਲੇਨ ਮੋਡ 'ਚ ਚਲੀ ਜਾਂਦੀ ਹੈ। ਉਹ 'ਚ ਕੀ ਹੁੰਦਾ, ਤੁਹਾਡੀ ਬਾਡੀ ਯੂਜ਼ ਟੂ ਹੋ ਜਾਂਦੀ ਹੈ ਔਰ ਬਰਨਿੰਗ ਪ੍ਰੋਸੈਸ ਬਹੁਤ ਘੱਟ ਜਾਂਦੀ ਹੈ ਨਾ। ਤੁਹਾਡੀ ਬਾਡੀ ਇੱਕ ਰੈਸਟ ਫਾਰਮ 'ਚ ਚਲੀ ਜਾਂਦੀ ਹੈ। ਜਦੋਂ ਤੁਸੀਂ ਸਪ੍ਰਿੰਟਿੰਗ ਕੁਛ ਵੀ ਕਰਦੇ ਹੋ, ਉਦੋਂ ਤੁਹਾਡੀ ਨਾ ਜਿਹੜੀ ਹਾਰਟ ਰੇਟ ਆ ਬਹੁਤ ਫਲਕਚੁਏਟ ਹੁੰਦੀ ਹੈ, ਇੱਕੋ ਦਮ 180 'ਤੇ ਜਾਊਗੀ, ਇੱਕੋ ਦਮ 100 'ਤੇ ਆਊਗੀ। ਸੋ ਇਹਦੇ ਨਾਲ ਕੀ ਹੁੰਦਾ, ਤੁਹਾਡਾ ਟੈਸਟੋ ਬਹੁਤ ਬੂਸਟ ਹੁੰਦਾ, 17% ਤੱਕ ਬੂਸਟ ਹੁੰਦਾ। ਔਰ ਇੱਕ ਚੀਜ਼ ਹੋਰ ਕਰਿਆ ਕਰੋ, ਜਿੱਦਾਂ ਤੁਸੀਂ ਸੈਕਸ ਕਰ ਰਹੇ ਹੋ, ਨੈਕਸਟ ਡੇ ਜ਼ਰੂਰ ਤੁਸੀਂ ਲੈਗ ਵਰਕਆਊਟ ਕਰੋ। ਲਾਈਕ ਮੇਰੇ ਕਲਾਇੰਟਾਂ ਨੂੰ ਮੈਂ ਕਿਹਾ, ਟਿਊਜ਼ਡੇ ਨੂੰ ਤੁਸੀਂ ਮੀਨਸ ਸੈਕਸ ਕਰ ਲਓ ਐਂਡ ਵੈਡਨਸਡੇ ਤੁਸੀਂ ਲੈਗਸ ਵਰਕਆਊਟ ਲਾ ਲਓ। ਅਗਰ ਫਰਾਈਡੇ ਕਰਨਾ ਹੈ ਤਾਂ ਸੈਚਰਡੇ ਨੂੰ ਤੁਸੀਂ ਲੈਗਸ ਵਰਕਆਊਟ ਲਾ ਲਓ। ਜੇ ਤੁਸੀਂ ਲੈਗਸ ਵਰਕਆਊਟ ਲਾਉਣੇ ਹੋ, ਤੁਹਾਡਾ ਟੈਸਟੋ ਬਹੁਤ ਨੈਕਸਟ ਲੈਵਲ 'ਤੇ ਜਾ ਕੇ ਬੂਸਟ ਹੁੰਦਾ। ਹੋਰ ਵੀ ਬਹੁਤ ਸਾਰੀ ਐਕਸਰਸਾਈਜ਼ ਹੁੰਦੀ ਹੈ ਜਿਹੜੇ ਮੈਂ ਆਪਣੇ ਕਲਾਇੰਟ ਨੂੰ ਸਪੈਸ਼ਲ ਦੱਸਦਾ, ਜਿਨ੍ਹਾਂ ਨਾਲ ਟੈਸਟੋ ਬੂਸਟ ਹੁੰਦਾ। ਇਸ ਤੋਂ ਬਾਅਦ ਹੁੰਦਾ ਕੋਲਡ ਸ਼ਾਵਰ। ਇਹਦੇ ਨਾਲ ਕੀ ਹੈ, ਜਦੋਂ ਮਾਰਨਿੰਗ ਤੁਹਾਡਾ ਜਿਹੜਾ ਟੈਸਟੋ ਆ ਉਹ ਕਾਫੀ ਪੀਕ 'ਤੇ ਹੁੰਦਾ, ਜਦੋਂ ਤੁਸੀਂ ਕੋਲਡ ਸ਼ਾਵਰ ਲੈਂਦੇ ਹੋ ਤਾਂ ਤੁਹਾਡਾ ਹੋਰ ਪੀਕ 'ਤੇ ਹੁੰਦਾ। ਅਗਰ ਤੁਹਾਨੂੰ ਈਡੀ ਦੇ ਇਸ਼ੂਜ਼ ਹੈ ਤਾਂ ਤੁਸੀਂ ਟਰਾਈ ਕਰੋ ਕਿ ਠੰਡੇ ਪਾਣੀ ਨਾਲ ਸਵੇਰੇ ਨਹਾਇਆ ਕਰੋ। ਬਾਹਲਾ ਠੰਡਾ ਨਹੀਂ ਯੂਜ਼ ਕਰ ਸਕਦੇ ਅਕੋਰਡਿੰਗ ਟੂ ਦਾ ਕੰਟਰੀ ਵੈਦਰ, ਤਾਂ ਤੁਸੀਂ ਥੋੜ੍ਹਾ ਜਿਹਾ ਨੋਰਮਲ ਵਾਟਰ ਯੂਜ਼ ਕਰ ਸਕਦੇ ਹੋ। ਔਰ ਸਵੇਰੇ ਬਰਸ਼ ਕਰਕੇ ਪਹਿਲਾਂ ਤੁਸੀਂ ਕੋਲਡ ਸ਼ਾਵਰ ਜ਼ਰੂਰ ਲਿਆ ਕਰੋ, ਇਹਦੇ ਨਾਲ ਬਹੁਤ ਬੂਸਟ ਹੁੰਦਾ ਟੈਸਟੋ। ਇਸ ਤੋਂ ਬਾਅਦ ਹੁੰਦਾ ਸੈਕਸ ਟੁਆਇਜ਼। ਤੁਸੀਂ ਮੈਸਟਰਬੇਸ਼ਨ ਕਰਦੇ ਹੋ, ਨਾ ਕਰੋ, ਉਹਦੀ ਜਗ੍ਹਾ 'ਤੇ ਤੁਸੀਂ ਸੈਕਸ ਟੁਆਇਜ਼ ਟਰਾਈ ਕਰ ਸਕਦੇ ਹੋ। ਪਹਿਲੀ ਗੱਲ ਤਾਂ ਤੁਹਾਡੇ ਪੇਰੈਂਟਸ ਨੂੰ ਆਹ ਵੀਡੀਓ ਐਂਡ 'ਤੇ ਜ਼ਰੂਰ ਦਿਖਾਇਓ, ਬਾਕੀ ਨਹੀਂ ਦਿਖਾਉਣੀ ਤਾਂ, ਕਿ ਜਾਂ ਤਾਂ ਤੁਸੀਂ ਆਪਣੇ ਬੱਚਿਆਂ ਦਾ ਵਿਆਹ 18, 19, 20, 21 ਸਾਲ ਦੀ ਏਜ 'ਚ ਕਰ ਦਿਓ, ਕਿਉਂਕਿ ਮੀਨਸ ਉਹਨਾਂ ਦੀ ਬਾਡੀ ਨੂੰ ਸੈਕਸ ਦੀ ਨੀਡ ਹੈ, ਉਹਨਾਂ ਦੀ ਗਰੋਥ ਹੋ ਰਹੀ ਹੈ। ਅਗਰ ਤੁਸੀਂ ਨਹੀਂ ਕਰ ਪਾ ਰਹੇ ਬਿਕੋਜ਼ ਆਫ ਦਾ ਸਟੱਡੀ, ਜਾਂ ਉਹਨਾਂ ਦੇ ਪਾਰਟਨਰ ਨੂੰ ਅਸੈਪਟ ਕਰੋ ਉਹ ਜਿੱਥੇ ਵੀ ਘੁੰਮਣ ਜਾ ਰਹੇ ਆ, ਬਿਕੋਜ਼ ਸੈਕਸ ਬਾਡੀ ਦੀ ਨੀਡ ਹੈ। ਤੁਸੀਂ ਕੰਟਰੋਲ ਨਹੀਂ ਕਰ ਸਕਦੇ ਕਿਸੇ ਨੂੰ, ਇਟਸ ਨੀਡ ਆਫ ਆਵਰ ਬਾਡੀ, ਠੀਕ ਹੈ। ਹੁਣ ਐਨੀਮਲਸ ਓਪਨ 'ਚ ਕਰਦੇ ਰਹਿੰਦੇ, ਤੁਸੀਂ ਕਿੱਦਾਂ ਕਿਸੇ ਨੂੰ ਕੰਟਰੋਲ ਕਰ ਲਓਗੇ, ਵੀ ਆਰ ਹਿਊਮਨਸ ਹੈ ਨਾ। ਨਹੀਂ ਤਾਂ ਆਪਣੇ ਬੱਚਿਆਂ ਨੂੰ ਪ੍ਰੈਫਰ ਕਰੋ ਕਿ ਯੂ ਕੈਨ ਬਾਏ ਦ ਸੈਕਸ ਟੁਆਇਜ਼, ਦੈਟਸ ਵੈਰੀ ਇੰਪੋਰਟੈਂਟ। ਕਿਉਂਕਿ ਉਹਨਾਂ ਨੇ ਮੁੱਠਾ ਮਾਰ ਮਾਰ ਕੇ ਮੁੱਠਲ ਬਣ ਚੁੱਕੇ ਆ, ਔਰ ਇਹਨਾਂ ਦੀਆਂ ਨਾੜਾਂ ਇੰਨੀਆਂ ਜ਼ਿਆਦਾ ਵੀਕ ਹੋ ਚੁੱਕੀਆਂ ਕਿ ਇਹਨਾਂ ਦੇ ਅੱਗੇ ਜਾ ਕੇ ਵਿਆਹ ਕਰੋ ਨਾ ਕਰੋ ਕੋਈ ਫਾਇਦਾ ਨਹੀਂ ਹੈਗਾ, ਟਰਸਟ ਮੀ। ਔਰ ਤੁਸੀਂ ਵੀ ਮੁੰਡਿਓ ਗੱਲ ਸੁਣ ਲਓ, ਤੁਹਾਨੂੰ ਕੋਈ ਪ੍ਰੋਬਲਮ ਹੈਗੀ ਆ ਸੈਕਸ ਦੀ ਕੋਈ ਵੀ, ਤੁਸੀਂ ਇੰਨਾ ਸ਼ਰਮਾਉਣੇ ਕਿਉਂ ਆ? ਤੁਸੀਂ ਆਪਣੇ ਪੇਰੈਂਟਸ ਨੂੰ ਬਿਠਾਓ। ਤੁਹਾਡੇ ਪੇਰੈਂਟਸ ਨੇ ਤੁਹਾਨੂੰ ਨੰਗਿਆਂ ਨੂੰ ਨਿਭਾਉਂਦੇ ਰਹੇ ਆ, ਠੀਕ ਹੈ, ਤੁਹਾਨੂੰ ਜੰਮਿਆ ਉਹਨਾਂ ਨੇ, ਦੇ ਨੋ ਈਚ ਐਂਡ ਐਵਰੀਥਿੰਗ ਅਬਾਊਟ ਯੂ। ਇੱਕ ਗਲਤੀ ਕਦੇ ਵੀ ਨਾ ਕਰਿਓ ਜ਼ਿੰਦਗੀ 'ਚ, ਇਹ ਚੀਜ਼ ਆਪਣੇ ਯਾਰਾਂ ਬੇਲੀਆਂ ਨਾਲ ਦੱਸੋ, ਉਹਨਾਂ ਨੇ ਪਤਾ ਨਹੀਂ ਕਦੋਂ ਤੁਹਾਡਾ ਮਜ਼ਾਕ ਉਡਾਉਣਾ, ਤੂੰ ਤਾਂ ਕੱਸੀ ਹੈ, ਤੇਰਾ ਤਾਂ ਫਲਾਨਾ ਤੀਕੜਾ। ਸਭ ਤੋਂ ਬੈਸਟ ਆਪਣੇ ਪੇਰੈਂਟਸ ਨੂੰ ਦੱਸੋ, ਉਹਨਾਂ ਨੂੰ ਬਿਠਾਓ, ਉਹਨਾਂ ਨੂੰ ਕਹੋ ਮੈਨੂੰ ਆਹ ਪ੍ਰੋਬਲਮ ਹੈ, ਮੈਨੂੰ ਡਾਈਟ ਮੈਂ ਚੰਗੀ ਲੈਣੀ ਆ, ਮੈਂ ਜਿਮ ਜਾਇਆ ਕਰਨਾ, ਮੈਨੂੰ ਮੈਰਿਜ ਲਈ ਫੋਰਸ ਨਾ ਕਰੋ, ਮੈਨੂੰ 1-2 ਸਾਲ ਚਾਹੀਦੇ ਇੱਥੇ ਕੰਮ ਕਰਨ ਨੂੰ। ਕਿਉਂਕਿ ਜੇ ਤੁਸੀਂ ਸਟੀਰੋਇਡ ਤੁਹਾਡੀ ਬਾਡੀ ਦੇ ਅੰਦਰ ਗਏ ਹੈ ਨਾ, ਤਾਂ ਤੁਹਾਨੂੰ ਰਿਕਵਰ ਹੋਣ 'ਤੇ 4 ਤੋਂ 12 ਮਹੀਨੇ ਲੱਗਣਗੇ। ਯੂ ਗੋਟ ਮਾਈ ਪੁਆਇੰਟ ਹੈ ਨਾ। 12 ਮਹੀਨਿਆਂ 'ਚ ਤੁਹਾਡਾ ਨੈਚੁਰਲ ਫਾਰਮ 'ਤੇ ਬਣਨਾ ਸਟਾਰਟ ਹੋਊਗਾ, ਇਹ ਨਹੀਂ ਕਿ ਬੂਸਟ ਹੋ ਜਾਊਗਾ। ਫਿਰ 1 ਸਾਲ ਲੱਗੂਗਾ ਉਹਨੂੰ ਬੂਸਟ ਕਰਨ 'ਤੇ। ਤੁਹਾਨੂੰ ਸਮਝ ਆਈ? ਜੇ ਬਿਲਕੁਲ ਹੀ ਡਰੋਪ ਹੋ ਗਿਆ ਫਿਰ ਤਾਂ ਕੁਛ ਵੀ ਨਹੀਂ ਹੋ ਸਕਦਾ, ਉਹ ਤਾਂ ਟੈਸਟ ਦੀਆਂ ਰਿਪੋਰਟ 'ਤੇ ਡਿਪੈਂਡ ਹੈ ਨਾ, ਵੀ ਤੁਹਾਡਾ ਕਿੰਨਾ ਆ ਰਿਹਾ, ਕਿੰਨਾ ਡਰੋਪ ਹੋਇਆ, ਕੀ ਤੁਹਾਡੇ ਲੈਵਲਸ ਚੱਲ ਰਹੇ ਆ ਟੈਸਟ ਉਹਦੇ। ਸੋ ਸਭ ਤੋਂ ਇੰਪੋਰਟੈਂਟ ਤਾਂ ਇਹ ਹੈ ਕਿ ਆਪਣੀ ਫੈਮਿਲੀ ਦੀ ਸਪੋਰਟ ਲਓ, ਉਹਨਾਂ ਨੂੰ ਦੱਸੋ ਇਹ ਚੀਜ਼ ਬਹੁਤ ਸੀਰੀਅਸ ਟੌਪਿਕ ਹੈ। ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਹਰ ਸਾਲ 15% 'ਚ ਵਾਧਾ ਹੋ ਰਿਹਾ, 52। ਜੇ 100 ਬੰਦਾ ਖੜਾ ਨਾ, ਵਿੱਚੋਂ 52 ਲੋਕਾਂ ਨੂੰ ਇਹ ਪ੍ਰੋਬਲਮ ਹੈ, ਤੁਸੀਂ ਇਕੱਲੇ ਨਹੀਂ ਹੈਗੇ। ਸਮਝ ਆਈ ਨਾ? ਇੰਨੀਆਂ ਟੈਨਸ਼ਨਾਂ ਨਾਲ ਮਰਿਆ ਕਰੋ। ਔਰ ਲਾਸਟ 'ਤੇ ਸਭ ਤੋਂ ਇੰਪੋਰਟੈਂਟ ਆਉਂਦੇ ਆ ਇੱਕ ਸਪਲੀਮੈਂਟ। ਤੁਹਾਨੂੰ ਪਤਾ ਤੁਸੀਂ ਵੈਗਰਾ ਵਗੈਰਾ ਖਾਂਦੇ ਹੋ, ਦੈਟਸ ਟੈਂਪਰੇਰੀ ਸਟੱਫ, ਔਰ ਇੱਕ ਨੈਚੁਰਲ ਨਹੀਂ ਹੈਗਾ। ਮੈਂ ਪਿੱਛੇ ਵੀ ਦੱਸਿਆ ਤੁਹਾਡੀ ਬਾਡੀ ਦਾ ਬਹੁਤ ਸੱਤਿਆਨਾਸ਼ ਕਰਦੀ ਇਹ ਚੀਜ਼ ਹੈ ਨਾ। ਐਂਡ
ਇੱਕ ਨਾ ਸਿਟਰੋਲਾਈਨ ਮਾਲੇਟ ਕਰਕੇ ਸਪਲੀਮੈਂਟ ਹੈ ਜਿਹੜਾ ਕੀ ਕਰਦਾ ਤੁਹਾਡੀ ਬਾਡੀ ਦੇ ਅੰਦਰ ਬਲੱਡ ਦਾ ਸਰਕੂਲੇਸ਼ਨ ਇਨਕਰੀਜ਼ ਕਰਦਾ। ਮੈਂ ਜ਼ਿਆਦਾ ਡੂੰਘਾ ਨਹੀਂ ਜਾ ਰਿਹਾ, ਤੁਹਾਨੂੰ ਨਾਰਮਲ ਦੱਸ ਰਿਹਾ ਪੰਜਾਬੀ ਭਾਸ਼ਾ 'ਚ ਨਾ। ਬਲੱਡ ਦਾ ਸਰਕੂਲੇਸ਼ਨ ਇਨਕਰੀਜ਼ ਕਰਦਾ। ਅਗਰ ਤੁਸੀਂ ਬਾਡੀ ਬਿਲਡਿੰਗ ਕਰ ਰਹੇ ਹੋ, ਕੋਈ ਵੀ ਲੋਕ ਐਜ਼ ਏ ਪ੍ਰੀ ਵਰਕਆਊਟ ਇਹਨੂੰ ਯੂਜ਼ ਕਰਦੇ ਆ, ਤੁਸੀਂ ਜਿਮ ਜਾ ਰਹੇ ਹੋ ਨਾ, ਬਹੁਤ ਸੇਫ ਸਪਲੀਮੈਂਟ ਹੈ ਨਾ। ਤੁਸੀਂ ਇਹਨੂੰ ਮੀਨਸ ਇਹਨੂੰ ਲੈ ਕੇ ਤੁਸੀਂ ਬਾਈਸੈਪ ਲਾਓਗੇ ਨਾ, ਤੁਹਾਡਾ ਬਾਈਸੈਪ ਪਾਟਨ 'ਤੇ ਆਇਆ ਨਾ, ਇੰਨੀ ਜ਼ਿਆਦਾ ਤੁਹਾਡੇ ਪੰਪ ਨਿਕਲਣਾ ਬਾਡੀ ਦਾ, ਹੈ ਨਾ। ਔਰ ਜਿਨ੍ਹਾਂ ਨੂੰ ਹਾਰਟ ਦੇ ਇਸ਼ੂਜ਼ ਹੁੰਦੇ ਆ ਉਹਨਾਂ ਨੂੰ ਵੀ ਇਹ ਰੈਕੋਮੈਂਡ ਕੀਤਾ ਜਾਂਦਾ ਹੈ ਕਿ ਤੁਹਾਡਾ ਬਲੱਡ ਸਰਕੂਲੇਸ਼ਨ ਬਾਡੀ ਦਾ ਸਹੀ ਚੱਲਦਾ ਰਹੇ ਔਰ ਤੁਹਾਡੇ ਹਾਰਟ ਨੂੰ ਕੋਈ ਬਲੋਕੇਜ ਦੇ ਜਾਂ ਇੱਦਾਂ ਦੇ ਇਸ਼ੂ ਘੱਟ ਜਾਣ, ਹੈ ਨਾ। ਔਰ ਸੈਕਸ 'ਚ ਵੀ ਇਹਨੂੰ ਰੈਕੋਮੈਂਡ ਕੀਤਾ ਜਾਂਦਾ। ਆਲਮੋਸਟ ਮੈਂ ਰੈਕੋਮੈਂਡ ਕਰਦਾ ਜਾਂ ਰੇਅਰਲੀ ਕਿਸੇ ਨੇ ਰੈਕੋਮੈਂਡ ਕੀਤਾ ਹੋਣਾ, ਕਿਉਂਕਿ ਅਗਰ ਤੁਸੀਂ ਦਿਨ 'ਚ 2-2 ਗ੍ਰਾਮ ਲੈਂਦੇ ਹੋ ਨਾ ਤਾਂ ਇਹ ਤਾਂ ਹੈ ਨਹੀਂ ਕਿ ਇਹਨੇ ਸਿਰਫ ਬਾਡੀ 'ਚ ਬਲੱਡ ਸਰਕੂਲੇਸ਼ਨ ਇਨਕਰੀਜ਼ ਕਰਨਾ, ਇਹ ਤੁਹਾਡੇ ਪੀਨਸ 'ਚ ਵੀ ਇਨਕਰੀਜ਼ ਕਰੂਗਾ। ਔਰ ਕਿਤੇ ਨਾ ਤੁਸੀਂ ਆਪਣੇ ਪੀਨਸ 'ਚ ਸਾਈਜ਼ 'ਚ ਵੀ ਡਿਫਰੈਂਸ ਦੇਖੋਗੇ। ਜਿੱਦਾਂ ਫਲਫੀਨੈਸ ਤੁਸੀਂ ਆਪਣੇ ਪੀਨਸ 'ਚ ਜਿੱਦਾਂ ਉਹਦੀ ਮੋਟਾਈ ਵੱਧ ਜੂਗੀ, ਹੈ ਨਾ, ਲੰਬਾਈ 'ਚ ਵੀ ਫਰਕ ਪਊਗਾ। ਬਹੁਤ ਵਧੀਆ ਸਪਲੀਮੈਂਟ ਹੈ, ਬਹੁਤ ਸੇਫ ਸਪਲੀਮੈਂਟ ਹੈ। ਅਗਰ ਤੁਸੀਂ ਫਿਰ ਵੀ ਇਹ ਸਪਲੀਮੈਂਟ ਨਹੀਂ ਲੈਣਾ ਤਾਂ ਤੁਸੀਂ ਵਾਟਰਮੈਲਨ ਖਾ ਸਕਦੇ ਹੋ। ਮੀਨਸ ਵਾਟਰਮੈਲਨ 'ਚ ਮੋਰ ਦੈਨ 90% ਮੀਨਸ ਇਹ ਸਿਟਰੋਲਾਈਨ ਮਾਲੇਟ ਪਾਇਆ ਜਾਂਦਾ, ਸੋ ਤੁਸੀਂ ਉਹ ਵੀ ਖਾ ਸਕਦੇ ਹੋ। ਕਿਲੋ ਦੇ ਕਰੀਬ ਤੁਹਾਨੂੰ ਖਾਣਾ ਪਊਗਾ। ਸੋ ਸਪਲੀਮੈਂਟ ਟਰਾਈ ਕਰ ਲਓ, ਦੈਟਸ ਮਚ ਬੈਟਰ, ਹੈ ਨਾ। ਅਤੇ ਇਹਨੂੰ ਕਿੱਦਾਂ, ਹੋਰ ਇਹਦੇ ਬੜੇ ਤਰੀਕੇ ਹੁੰਦੇ ਆ ਕਿੱਦਾਂ ਸੇਫ ਵੇ ਨਾਲ ਇਹਨੂੰ ਲੈਣਾ। ਉਹ ਡਾਈਟ ਦੇ ਨਾਲ ਹੁੰਦਾ ਹੈ ਕਿ ਤੁਸੀਂ ਕਿੱਦਾਂ ਯੂਜ਼ ਕਰ। ਹੁਣ ਮੈਂ ਤੁਹਾਨੂੰ ਸਾਰਾ ਕੁਝ ਦੱਸਤਾ, ਡਾਈਟ, ਸੈਕਸ ਟਵਾਈਜ਼, ਕੋਲਡ ਸ਼ਾਵਰ, ਵਰਕਆਊਟ, ਸਿਟਰੋਲਾਈਨ ਮਾਲੇਟ ਸਪਲੀਮੈਂਟ, ਹੈ ਨਾ, ਅਤੇ ਡਿਪਰੈਸ਼ਨ ਨੂੰ ਦੂਰ ਕਰੋ। ਔਰ ਤੁਹਾਨੂੰ ਕੋਈ ਵੀ ਇਸ਼ੂ ਹੈ ਨਾ ਤਾਂ ਤੁਹਾਡਾ ਭਰਾ ਬੈਠਾ, ਟੈਨਸ਼ਨ ਨਹੀਂ ਲੈਣੀ। ਤੁਹਾਨੂੰ ਪਤਾ ਮੀਨਸ ਮੈਨੂੰ ਪੋਜ਼ੀਟਿਵਿਟੀ ਬਹੁਤ ਚੰਗੀ ਲੱਗਦੀ। ਮੈਨੂੰ ਆਇਆ ਕਿ ਸਾਰੇ ਖੁਸ਼ ਰਹਿਣ ਯਾਰ। ਤੁਸੀਂ ਪਿਛਲੀ ਵੀਡੀਓ ਵੇ ਵਾਲੀ ਦੇਖੀ ਜਾਂ ਆਹ ਦੇਖ ਰਹੇ ਹੋ, ਅੱਗੇ ਡਿਪਰੈਸ਼ਨ ਕੋਈ ਵੀ ਗੱਲ ਦੱਸੋਗੇ ਤੁਹਾਡੀ ਹਮੇਸ਼ਾ ਸੇਫ ਹੈ ਮੇਰੇ ਕੋਲੇ, ਹੈ ਨਾ, ਕਿਉਂਕਿ ਮੈਨੂੰ ਲੋਕਾਂ ਦੀ ਹੈਲਪ ਕਰਨਾ ਬਹੁਤ ਵਧੀਆ ਲੱਗਦਾ। ਐਂਡ ਇੱਕ ਚੀਜ਼ ਹੋਰ ਹੈ, ਮੈਂ ਫਿਟਨੈਸ ਇੰਡਸਟਰੀ 'ਚ ਫਸਟ ਪਰਸਨ ਹੈ ਜਿਹੜਾ ਮੀਨਸ 3 ਨਵੇਂ ਪਲਾਨ ਲੈ ਕੇ ਆਇਆ। ਇੱਕ ਤਾਂ ਪ੍ਰੀ ਵੈਡਿੰਗ ਬੋਡੀ ਟਰਾਂਸਫੋਰਮੇਸ਼ਨ ਪਲਾਨ ਹੈਗਾ, ਇੱਕ ਸੈਕਸ਼ੁਅਲ ਤੇ ਪਲਾਨ ਹੈਗਾ। ਤੁਹਾਨੂੰ ਕੋਈ ਵੀ ਈਡੀ ਦੇ ਇਸ਼ੂਜ਼ ਹੈਗੇ ਆ, ਤੁਸੀਂ ਉਹਦੇ 'ਤੇ ਮੀਨਸ ਇਨਕੁਆਇਰੀ ਸੈਂਡ ਕਰ ਸਕਦੇ ਹੋ। ਇੱਕ ਸੀਨੀਅਰ ਸਿਟੀਜ਼ਨ ਲਈ ਹੈ, ਕਿਉਂਕਿ ਮੈਨੂੰ ਲੱਗਦਾ ਕਿ ਸੀਨੀਅਰ ਸਿਟੀਜ਼ਨ ਲਈ ਵੀ ਕੁਛ ਹੋਣਾ ਚਾਹੀਦਾ। ਉਹ ਬਹੁਤ ਜ਼ਿਆਦਾ ਬਿਮਾਰ ਹੋ ਰਹੇ ਆ, ਉਹਨਾਂ ਦੀ ਵੀ ਲਾਈਫ ਜੀਣ ਦਾ ਹੱਕ ਹੈ ਪੂਰਾ, ਹੈ ਨਾ, ਕਿਉਂਕਿ ਲਾਸਟ ਸਟੇਜ ਹੁੰਦੀ ਹੈ ਉਹਨਾਂ ਦੀ, ਜਦੋਂ ਖੁਸ਼ ਰਹਿ ਸਕਦੇ ਆ, ਆਪਣੀ ਜ਼ਿੰਦਗੀ ਜਿਉਂ ਸਕਦੇ ਆ। ਸੋ ਬਾਕੀ ਕੋਈ ਇਸ਼ੂ ਨਹੀਂ ਹੈਗਾ ਯਾਰ, ਆਪਾਂ ਆਲਵੇਜ਼ ਤੁਹਾਡੇ ਨਾਲ। ਟੈਨਸ਼ਨ ਨਾ ਲਓ, ਤੁਹਾਡੇ ਈਡੀ ਦੇ ਇਸ਼ੂ ਬਿਲਕੁਲ ਠੀਕ ਹੋ ਜਾਣੇ ਆ। ਬੇਫਿਕਰੇ ਹੋ ਕੇ ਤੁਸੀਂ ਵਿਆਹ ਕਰਾ ਸਕਦੇ ਹੋ, ਕੋਈ ਚੱਕਰ ਨਹੀਂ ਹੈਗਾ। ਦੇਖੋ, ਜੇ ਤੁਹਾਡਾ ਮੈਸਟਰਬੇਸ਼ਨ ਕਰਕੇ ਜਾਂ ਤੁਹਾਡੇ ਮੀਨਸ ਕੀ ਹੈਗਾ ਨਿਊਟ੍ਰੀਸ਼ਨ ਡੈਫੀਸ਼ੈਂਸੀ ਕਰਕੇ ਜਾਂ ਹੋਰ ਚੀਜ਼ਾਂ ਕਰਕੇ ਪ੍ਰੋਬਲਮ ਹੈ ਤਾਂ ਮੈਂ 100% ਠੀਕ ਕਰ ਸਕਦਾ। ਅਗਰ ਤੁਹਾਡੇ ਬਹੁਤ ਜ਼ਿਆਦਾ ਤੁਸੀਂ ਐਕਸੈਸ ਸਟੀਰੋਇਡ ਲੈ ਰਹੇ ਆ ਜਾਂ ਤੁਹਾਡੇ ਅੰਦਰ ਕੁਛ ਬਲੋਕਸ ਵਗੈਰਾ ਹੈਗੀ ਹੈ ਤਾਂ ਉਹਦੇ 'ਚ ਮੈਂ ਕੁਛ ਨਹੀਂ ਕਰ ਸਕਦਾ। ਬਟ ਮੈਂ ਤੁਹਾਨੂੰ ਇਹ ਸੁਜੈਸਟ ਕਰੂੰਗਾ ਕਿ ਪਹਿਲਾਂ ਤੁਸੀਂ ਫਿਟਨੈਸ ਵੱਲ ਆਓ, ਜਿਮ ਲਾਓ, ਪੇਸ਼ੈਂਸ ਲੈਵਲ ਰੱਖ ਕੇ ਡਾਈਟ ਲਓ। ਇੱਥੇ ਫਿਰ ਵੀ ਚਾਂਸ ਹੈ ਤੁਸੀਂ ਨੈਚੁਰਲੀ ਠੀਕ ਹੋ ਜਾਓਗੇ। ਜੇ ਨਹੀਂ ਹੋ ਰਹੇ, ਮੈਡੀਸਿਨ ਤਾਂ ਹੈਗੀਆਂ ਹੀ ਆ, ਆਰਟੀਫਿਸ਼ਲ ਥੈਰੇਪੀਜ਼ ਵੀ ਹੈਗੀਆਂ, ਉਹ ਤੁਸੀਂ ਬਾਅਦ 'ਚ ਕਰਿਓ ਕਿਉਂਕਿ ਉਹ ਤਾਂ ਫਿਰ ਲਾਸਟ ਆਪਸ਼ਨ ਹੈ। ਬਟ ਪਹਿਲਾਂ ਤੁਸੀਂ ਇਹ ਟਰਾਈ ਕਰੋ। ਕੋਈ ਵੀ ਕੁਐਸਚਨ ਹੈ ਵੈਬਸਾਈਟ 'ਤੇ ਜਾਓ, ਉੱਥੇ ਫਾਰਮਸ ਹੈਗੇ ਆ, ਫਿਲ ਕਰੋ, ਮੈਂ ਤੁਹਾਨੂੰ ਛੇਤੀ ਰਿਵਰਟ ਦਊਂਗਾ। ਬਾਕੀ ਮਿਲਦੇ ਆ ਯਾਰ, ਲਵ ਯੂ, ਖੁਸ਼ ਰਿਹਾ ਕਰੋ, ਐਵੇਂ ਨਾ ਟੈਨਸ਼ਨ ਲਿਆ ਕਰੋ, ਭਰਾ ਤੁਹਾਡਾ ਬੈਠਾ।